ਕੈਪਟਨ ਸਰਕਾਰ ਦੇ 4 ਸਾਲ ਹੋ ਗਏ ਨੇ ਤੇ ਉਸ ਨੂੰ ਲੈ ਕੇ ਬੀਜੇਪੀ ਪ੍ਰਤੀਕਰਮ ਦੇ ਰਹੀ ਹੈ। ਸਾਡੇ ਨਾਲ ਨੇ ਬੀਜੇਪੀ ਦੇ ਨੁਮਾਇੰਦੇ ਅਨਿਲ ਸਰੀਨ ਸਾਹਿਬ ਨੇ। ਸਰੀਨ ਸਾਹਿਬ ਸਵਾਗਤ ਹੈ। ਸਰੀਨ ਸਾਹਿਬ 4 ਸਾਲ ਦਾ ਲੇਖਾ ਜੋਖਾ ਕੈਪਟਨ ਸਾਹਿਬ ਨੇ ਦਿੱਤਾ ਤੇ ਤੁਹਾਨੂੰ ਸ਼ਿਕਾਇਤਾਂ ਬਹੁਤ ਨੇ। ਕੈਪਟਨ ਸਾਹਿਬ ਨੇ ਜਿਹੜੇ ਕਿਹਾ ਕਿ 85% ਵਾਅਦੇ ਪੂਰੇ ਕੀਤੇ ਨੇ, ਇਸ ਤੋਂ ਵੱਡਾ ਮਜ਼ਾਕ ਪੰਜਾਬ ਦੀ ਜਨਤਾ ਦੇ ਨਾਲ ਨਹੀਂ ਹੋ ਸਕਦਾ। ਕਿੱਥੇ ਘਰ ਘਰ ਨੌਕਰੀ, ਕਿੱਥੇ ਹੈ ਸਮਾਰਟਫੋਨ, ਕਿੱਥੇ ਨਸ਼ਾ ਮੁਕਤ ਪੰਜਾਬ, ਕਿੱਥੇ ਕਿਸਾਨਾਂ ਨੂੰ ਪੂਰਨ ਕਰਜ਼ ਮਾਫੀ, ਕਿੱਥੇ ਦਲਿਤ ਬੱਚਿਆਂ ਨੂੰ ਕਿਤਾਬਾਂ, ਕਿੱਥੇ ਉਹਨਾਂ ਦੀ ਫੀਸ ਮਾਫੀ, ਕਿੱਥੇ ਉਹਨਾਂ ਦੀ ਸਕਾਲਰਸ਼ਿਪ। ਇਹ ਸਾਰੇ ਜਵਾਬ ਪੰਜਾਬ ਦੀ ਜਨਤਾ ਮੰਗਦੀ ਹੈ। ਦਲਿਤ ਬੇਘਰਾਂ ਨੂੰ ਘਰ ਦੇਣੇ ਸੀਗੇ, ਕਿੰਨੇ ਘਰ ਦਿੱਤੇ? ਤੁਸੀਂ 5 ਮਰਲੇ ਦੇ ਪਲਾਟ ਔਰ 1 ਲੱਖ ਰੁਪਈਆ ਦੇਣਾ ਸੀ, ਕਿੰਨੇ ਲੋਕਾਂ ਨੂੰ ਦਿੱਤਾ? ਤੁਸੀਂ 20,000 ਰੁਪਏ ਦਾ ਮੁਆਵਜ਼ਾ ਦੇਣਾ ਸੀ ਫਸਲ ਖਰਾਬ ਹੋਣ ਵਾਸਤੇ, ਕਿੰਨੇ ਕਿਸਾਨਾਂ ਨੂੰ ਦਿੱਤੀ? ਕਿਸਾਨਾਂ ਦਾ ਫਸਲ ਬੀਮਾ ਕਰਨਾ ਸੀ, ਕਿੰਨੇ ਕਿਸਾਨਾਂ ਦਾ ਕੀਤਾ? ਉਹਨਾਂ ਨੇ 5 ਲੱਖ ਰੁਪਈਆ ਸਿਹਤ ਬੀਮਾ ਔਰ ਆਪਣਾ ਲਾਈਫ ਇੰਸ਼ੋਰੈਂਸ ਕਰਨੀ ਸੀ, ਕਿੰਨੇ ਕਿਸਾਨਾਂ ਦੀ ਕੀਤੀ? ਇਹ ਸਾਰੇ ਜਵਾਬ ਪੰਜਾਬ ਦੀ ਜਨਤਾ ਮੰਗਦੀ ਹੈ। ਔਰ ਤੁਸੀਂ ਤੁਹਾਡੇ ਕਹਿਣ ਨਾਲ 85% ਪੂਰੇ ਹੋ ਗਏ, ਇੱਦਾਂ ਕੰਮ ਨਹੀਂ ਚੱਲਦਾ। 2022 'ਚ ਇੱਕ ਗੱਲ ਦਾ ਹਿਸਾਬ ਪੰਜਾਬ ਦੀ ਜਨਤਾ ਲਊਗੀ। ਕੈਪਟਨ ਸਾਹਿਬ ਤੁਹਾਡੇ ਕੋਲ ਇੱਕ ਗੱਲ ਦਾ ਹਿਸਾਬ ਲਏਗੀ। ਸਰੀਨ ਸਾਹਿਬ ਤੁਸੀਂ ਕਿਸਾਨਾਂ ਦੀ ਕਾਫੀ ਚਿੰਤਾ ਕਰ ਰਹੇ ਹੋ, ਕਿਸਾਨਾਂ ਨੂੰ ਲੈ ਕੇ ਤੁਸੀਂ ਬਹੁਤ ਸਾਰਾ ਕੰਸਰਨ ਦੱਸਿਆ ਹੈ ਇੱਥੇ, ਪਰ ਜਿਸ ਹਿਸਾਬ ਨਾਲ ਮਾਹੌਲ ਬਣ ਰਿਹਾ ਤੁਸੀਂ ਕਿਸਾਨਾਂ ਦੇ ਦੁਸ਼ਮਣ ਸਾਬਿਤ ਹੋ ਰਹੇ ਹੋ ਗਰਾਊਂਡ। ਬਿਲਕੁਲ ਗਲਤ ਹੈ। ਭਾਰਤੀ ਜਨਤਾ ਪਾਰਟੀ ਤੋਂ ਵੱਡੀ ਕਿਸਾਨ ਹਿਤੈਸ਼ੀ ਪਾਰਟੀ ਹਿੰਦੁਸਤਾਨ 'ਚ ਕੋਈ ਨਹੀਂ ਹੋ ਸਕਦੀ। ਕਦੀ ਕਿਸੇ ਨੇ ਪੁੱਛਿਆ ਮੰਗਿਆ ਸੀਗਾ? ਅਸੀਂ ਹਰ ਸਾਲ 6,000 ਕਿਸਾਨ ਨੂੰ ਇੱਕ ਅਤਿਰਿਕਤ ਉਹਦੀ ਸਹਾਇਤਾ ਕਰਦੇ ਹਾਂ, ਆਰਥਿਕ ਸਹਾਇਤਾ ਕਰਦੇ ਹਾਂ। ਇਹ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਕਦੀ ਨਹੀਂ ਹੋਇਆ। ਕਿਸੇ ਸਰਕਾਰ ਨੇ ਕਿਸੇ ਵੀ ਸਮੁਦਾਇ ਨੂੰ ਕਹਿ ਲਈਏ, ਕਿਸੇ ਕਿੱਤੇ ਨੂੰ ਕਹਿ ਲਈਏ ਕਿ ਉਹ ਦਿੱਤਾ ਹੋਵੇ। ਅਸੀਂ ਗੈਸ ਦੇ ਸਿਲੰਡਰ ਦਿੱਤੇ ਨੇ, ਉਹ ਵੀ ਕਿਸਾਨਾਂ ਦੇ ਘਰ ਗਏ ਨੇ। ਸ਼ੌਚਾਲਯ ਪਿੰਡਾਂ 'ਚ ਬਣਾਏ ਨੇ। ਅਸੀਂ ਜੋ ਵੀ ਉੱਥੇ ਪੱਕੇ ਮਕਾਨ ਦੇ ਵਾਸਤੇ ਅਸੀਂ ਵਿਵਸਥਾ ਕਰ ਰਹੇ ਹਾਂ। ਮੁਫਤ ਮਕਾਨ ਦਿੱਤੇ ਨੇ। ਜਿੱਥੇ ਬਿਜਲੀ ਨਹੀਂ ਸੀ ਪਿੰਡਾਂ 'ਚ ਪਹੁੰਚੀ, ਅਸੀਂ ਪਿੰਡਾਂ 'ਚ ਬਿਜਲੀ ਪਹੁੰਚਾਈ ਹੈ। ਜਿਹੜੇ ਘਰ ਬਿਜਲੀ ਅਫੋਰਡ ਨਹੀਂ ਸੀ ਕਰ ਸਕਦੇ ਕਨੈਕਸ਼ਨ, ਅਸੀਂ ਉਹਨਾਂ ਨੂੰ ਮੁਫਤ ਦੇ ਵਿੱਚ ਬਿਜਲੀ ਦੇ ਕਨੈਕਸ਼ਨ ਲਵਾ ਕੇ ਦਿੱਤੇ ਨੇ। ਸੋ ਇਸ ਕਰਕੇ ਗੈਸ ਦੇ ਸਿਲੰਡਰਸ ਅਸੀਂ ਘਰਾਂ ਤੱਕ ਮੁਫਤ ਪਹੁੰਚਾਏ ਨੇ। ਭੈਣਾਂ ਨੂੰ ਰਾਹਤ ਦਿੱਤੀ ਹੈ। ਜਨਧਨ ਦੇ ਖਾਤੇ ਖੋਲ੍ਹੇ ਨੇ। ਕੋਵਿਡ ਦੇ ਦੌਰਾਨ 1.41 ਕਰੋੜ ਪੰਜਾਬ ਦੇ ਲੋਕਾਂ 'ਚੋਂ ਕਿਸਾਨ ਭਰਾ ਵੀ ਆਉਂਦੇ ਨੇ, ਉਹਨਾਂ ਨੂੰ ਮੁਫਤ ਰਾਸ਼ਨ ਅਸੀਂ ਦਿੱਤਾ ਹੈਗਾ। 40 ਕਿਲੋ ਪ੍ਰਤੀ ਵਿਅਕਤੀ ਔਰ 8 ਕਿਲੋ ਪ੍ਰਤੀ ਪਰਿਵਾਰ ਅਸੀਂ ਦਾਲ ਦਿੱਤੀ ਹੈ। ਸੋ ਇਸ ਕਰਕੇ ਜਿੱਥੇ ਤੱਕ ਕਿਸਾਨਾਂ ਦਾ ਸਵਾਲ ਹੈ, ਭਾਰਤੀ ਜਨਤਾ ਪਾਰਟੀ ਅਸੀਂ ਫਸਲ ਬੀਮਾ ਯੋਜਨਾ ਲਿਆਂਦੀ ਹੈ, ਕ੍ਰੈਡਿਟ ਕਾਰਡ ਲਿਆਂਦਾ ਹੈ, ਖੁੱਲੀ ਮੰਡੀ ਦਾ ਈ ਮਾਰਕੀਟਿੰਗ ਦਾ ਅਸੀਂ ਲੈ ਕੇ ਆਏ ਹਾਂ, ਨੈਮ ਜਿਹੜੀ ਕਹਿੰਦੇ ਆਪਾਂ। ਸੋ ਇੰਨਾ ਕੁਝ ਅਸੀਂ ਕਿਸਾਨਾਂ ਵਾਸਤੇ ਕਰ ਰਹੇ ਹਾਂ। ਇਹ ਕੁਝ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਪੰਜਾਬ ਦੀਆਂ ਪਾਰਟੀਆਂ ਨੇ ਰੋਲ ਅਦਾ ਕੀਤਾ ਹੈਗਾ। ਔਰ ਜਦੋਂ ਉਹਨਾਂ ਦੇ ਭਰਮ ਦੂਰ ਹੋ ਜਾਣਗੇ ਤੇ ਤੁਸੀਂ ਦੇਖੋਗੇ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਕਿਸਾਨ ਕਿੰਨੇ ਖੁੱਲ੍ਹੇ ਦਿਲ ਨਾਲ ਚੱਲਣਗੇ। ਇੰਟਰਪਟ ਕਰਾਂਗਾ। ਤੁਸੀਂ ਗੈਸ ਦੀ ਗੱਲ ਕੀਤੀ, ਬਿਜਲੀ ਦੀ ਗੱਲ ਕੀਤੀ, ਫਿਰ ਉਹੀ ਸਵਾਲ ਤੁਹਾਡੇ ਵੱਲ ਨੂੰ, ਉਂਗਲਾਂ ਤੁਹਾਡੇ ਵੱਲ ਉੱਠ ਜਾਂਦੀਆਂ। ਗੈਸ ਦੇ ਦਾਮ ਜਿਹੜੇ ਨੇ ਉਹ ਅਸਮਾਨ ਛੂ ਰਹੇ ਨੇ, ਉਹਦਾ ਵੀ ਕ੍ਰੈਡਿਟ ਤੁਹਾਡੇ ਵਾਸਤੇ ਹੈ। ਤੇ ਪੰਜਾਬ ਵਿੱਚ ਜਿਹੜੇ ਬਿਜਲੀ ਦੇ ਰੇਟ ਨੇ, ਕੰਟਰੈਕਟ ਦੀ ਗੱਲ ਹੁੰਦੀ ਹੈ, ਫਿਰ ਉਂਗਲੀ ਤੁਹਾਡੇ ਵੱਲ ਉੱਠਦੀ ਹੈ। ਜਿੱਥੇ ਤੱਕ ਬਿਜਲੀ ਰੇਟ ਘਟਾਣੇ, ਇਹ ਪ੍ਰਦੇਸ਼ ਸਰਕਾਰ ਦਾ ਕੰਮ ਹੈ। ਅਸੀਂ ਨਹੀਂ ਵਧਾਏ। ਜਦੋਂ ਕੰਟਰੈਕਟ ਜਦੋਂ ਅਸੀਂ ਸੀਗੇ ਉਦੋਂ ਵੀ ਕੰਟਰੈਕਟ ਸੀਗਾ। ਜਦੋਂ ਸਰਕਾਰ 'ਚ ਅਸੀਂ ਸੀ ਉਦੋਂ ਵੀ ਕੰਟਰੈਕਟ ਸੀਗਾ, ਤੇ ਹੁਣ ਵੀ ਕੰਟਰੈਕਟ ਹੈਗਾ। ਤੇ ਹੁਣ ਤੁਸੀਂ 6 ਰੁਪਏ ਤੋਂ 12 ਰੁਪਏ ਤੱਕ ਬਿਜਲੀ ਕਿਉਂ ਲੈ ਗਏ? 13 ਜਾਂ 17 ਵਾਰੀ ਤੇ ਤੁਸੀਂ ਰੇਟ ਵਧਾ ਲਏ ਨੇ। ਤੇ ਇਹ 'ਚ ਬੀਜੇਪੀ ਕਿੱਥੋਂ ਜ਼ਿੰਮੇਵਾਰ ਹੋ ਗਈ? ਔਰ ਰਸੋਈ ਗੈਸ ਦੀ ਸਬਸਿਡੀ ਦੇਖੋ, ਇਹ ਗੱਲ ਸਮਝ ਕੇ ਚੱਲੋ। ਜਿਹੜੇ ਸਾਡੇ ਕੰਜ਼ਿਊਮਰਸ ਹੈਗੇ ਨੇ, ਡੋਮੈਸਟਿਕ ਕੰਜ਼ਿਊਮਰਸ, ਉਹਨਾਂ ਨੂੰ ਸਬਸਿਡੀ ਵੀ ਦਿੱਤੀ ਜਾਂਦੀ ਹੈ। ਸੋ ਉਹਦਾ ਮੇਜਰ ਇੰਪੈਕਟ ਜੇ ਪ੍ਰਾਈਸ ਰਾਈਜ਼ਸ ਵੱਧਦੀਆਂ ਨੇ, ਉਹ ਉਹਨਾਂ ਲੋਕਾਂ ਨੂੰ ਹੈ ਜਿਹੜੇ 12 ਤੋਂ ਵੱਧ ਸਿਲੰਡਰ ਯੂਜ਼ ਕਰਦੇ ਨੇ। ਔਰ ਜਿੱਥੇ ਗਰੀਬ ਪਰਿਵਾਰਾਂ ਦਾ ਸਵਾਲ ਹੈ, ਉਹ 12 ਸਿਲੰਡਰ ਮਹੀਨੇ ਦੇ ਯੂਜ਼ ਹੀ ਨਹੀਂ ਕਰ ਪਾਉਂਦੇ। ਸੋ ਇਸ ਕਰਕੇ ਉਹਨਾਂ ਦੇ ਉੱਤੇ ਇਹਦਾ ਕੋਈ ਮੇਜਰ ਇੰਪੈਕਟ ਨਹੀਂ ਆਉਂਦਾ, ਕਿਉਂਕਿ ਉਹ ਸਬਸਿਡਾਈਜ਼ ਰੇਟ ਜਿਹੜਾ ਹੈਗਾ ਉਹਨਾਂ ਨੂੰ ਮਿਲਦਾ ਹੈਗਾ। ਕੈਪਟਨ ਸਾਹਿਬ ਕਹਿ ਰਹੇ ਨੇ ਤੁਸੀਂ ਅਕਾਲੀ ਦਲ ਬਾਰੇ ਖੁੱਲ੍ਹ ਕੇ ਨਹੀਂ ਬੋਲਦੇ। ਤੁਹਾਡੀ ਜਿਹੜੇ ਹਾਲਾਤ ਨੇ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ, ਉਸ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਤੁਸੀਂ ਦੁਬਾਰਾ ਤੁਹਾਡਾ ਪੈਚਅਪ ਹੋ ਜਾਵੇ। ਭਾਰਤੀ ਜਨਤਾ ਪਾਰਟੀ ਹਮੇਸ਼ਾ ਰਾਜਨੀਤੀ ਦੇ ਵਿੱਚ ਕਦਰਾਂ ਕੀਮਤਾਂ ਦੀ ਕਦਰ ਕਰਦੀ ਹੈ। ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਔਰ ਆਪਸ ਵਿੱਚ ਸ਼ਬਦਾਂ ਦੀ ਮਰਿਆਦਾ ਦਾ ਵੀ ਧਿਆਨ ਰੱਖਣਾ ਚਾਹੀਦਾ।
ਔਰ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਚੋਣਾਂ ਦੇ ਵਿੱਚ 117 ਦੀਆਂ 117 ਸੀਟਾਂ ਲੜੇਗੀ ਔਰ ਜਿੱਤਣ ਦੇ ਵਾਸਤੇ ਅਗਲੀ ਸਰਕਾਰ ਬਣਾਉਣ ਵਾਸਤੇ ਪ੍ਰਯਾਸ ਕਰੇਗੀ। ਪਰ ਫਿਰ ਜਿਸ ਹਿਸਾਬ ਨਾਲ ਤੁਸੀਂ ਸੌਫਟ ਐਂਗਲ ਲੈ ਰਹੇ ਹੋ, ਕਰੀਬੀ ਮੰਨੀ ਜਾ ਸਕਦੀ ਹੈ। ਅਸੀਂ ਕੋਈ ਸੌਫਟ ਐਂਗਲ ਨਹੀਂ ਲਿੱਤਾ। ਜਿੱਥੇ ਗਲਤ ਹੈ ਉੱਥੇ ਗਲਤ ਕਹਾਂਗੇ, ਜਿਹੜੀ ਚੀਜ਼ ਗਲਤ ਹੋਈ ਗਲਤ ਕਹਾਂਗੇ। ਸੌਫਟ ਕਾਰਨਰ ਵਾਲੀ ਕੋਈ ਗੱਲ ਹੀ ਨਹੀਂ ਹੈ, ਕੋਈ ਵਿਸ਼ੇ ਨਹੀਂ ਸੌਫਟਨੈਸ ਦਾ। ਪ੍ਰਸ਼ਾਂਤ ਕਿਸ਼ੋਰ ਦੇ ਆਉਣ ਨਾਲ ਡਰ ਮਹਿਸੂਸ ਹੋ ਰਿਹਾ ਹੈ? ਡਰ ਸਾਨੂੰ ਨਹੀਂ ਹੋ ਰਿਹਾ, ਇਹ ਤੇ ਕਾਂਗਰਸ ਨੂੰ ਡਰ ਪੈ ਗਿਆ ਕਿ ਅਸੀਂ ਜਾ ਰਹੇ ਹਾਂ 2022 ਚ। ਐਸੇ ਪਿੱਛੇ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਆਏ ਨੇ। ਜੇ 85% ਵਾਅਦੇ ਪੂਰੇ ਕੀਤੇ ਹੁੰਦੇ ਔਰ ਅਗਲੇ 15 ਸਾਲ ਚ 15% ਦਾ ਦਾਅਵਾ ਕਰਦੇ ਪਏ ਨੇ ਕੈਪਟਨ ਸਾਹਿਬ, ਤੇ ਫਿਰ ਪ੍ਰਸ਼ਾਂਤ ਕਿਸ਼ੋਰ ਦੀ ਲੋੜ ਨਾ ਹੁੰਦੀ। ਫਿਰ ਜਨਤਾ ਕਹਿੰਦੇ ਗੱਫੇ ਭਰ ਕੇ ਵੋਟਾਂ ਪਾਉਂਦੀ, ਕਿਉਂਕਿ ਤੁਸੀਂ ਵਾਅਦੇ ਪੂਰੇ ਨਹੀਂ ਕੀਤੇ, ਵਾਅਦਾ ਖਿਲਾਫੀ ਕੀਤੀ ਹੈ ਔਰ ਤੁਹਾਨੂੰ ਆਪਣੀ ਸੱਤਾ ਜਾਣ ਦਾ ਡਰ ਹੈ। ਇਸ ਕਰਕੇ ਤੁਸੀਂ ਪ੍ਰਸ਼ਾਂਤ ਕਿਸ਼ੋਰ ਵਰਗੇ ਸਟ੍ਰੈਟਜਿਸਟ ਨੂੰ ਨਾਲ ਆਪਣੇ ਲੈ ਕੇ ਆਏ ਹੋ। ਕਿਸਾਨਾਂ ਦੇ ਨਾਲ ਆੜ੍ਹਤੀਏ ਵੀ ਸ਼ਿਕਾਇਤ ਕਰ ਰਹੇ ਨੇ ਕਿ ਤੁਸੀਂ ਜਿਹੜੀ ਡਾਇਰੈਕਟ ਪੇਮੈਂਟ ਦੀ ਗੱਲ ਕੀਤੀ ਹੈ, ਕੈਪਟਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਮੋਦੀ ਜੀ ਨਾਲ ਗੱਲ ਕਰਾਂਗੇ, ਅਜੇ ਇਸ ਫੈਸਲੇ ਨੂੰ ਡਿਲੇ ਕਰੋ। ਫਿਰ ਇੰਨਾ ਜੇ ਵਾਹ ਵਰੋਲਾ ਉੱਠ ਰਿਹਾ ਹੈ ਤਾਂ ਤੁਹਾਡੇ ਵਾਸਤੇ ਹੋਰ ਚੁਣੌਤੀ ਨਹੀਂ ਵੱਧ ਜਾਏਗੀ? ਦੇਖੋ, ਇਹ ਡਾਇਰੈਕਟ ਪੇਮੈਂਟ ਜਿਹੜੀ ਕਿਸਾਨਾਂ ਦੇ ਖਾਤੇ 'ਚ ਕਰਨ ਦੀ ਗੱਲ ਹੈ, ਇਹ ਕੋਈ ਹੁਣ ਪਹਿਲੀ ਵਾਰੀ ਨਹੀਂ ਹੋ ਰਹੀ। ਇਹ ਪਿਛਲੇ 3 ਸਾਲਾਂ ਤੋਂ ਪ੍ਰੋਸੈਸ ਚੱਲਦਾ ਆ ਰਿਹਾ ਔਰ ਪੰਜਾਬ ਸਰਕਾਰ ਹਰ ਵਾਰੀ 6 ਮਹੀਨੇ ਦੀ ਮਿਆਦ ਮੰਗ ਲੈਂਦੀ ਹੈ ਕਿ ਜੀ ਅਸੀਂ ਅਜੇ KYC ਪੂਰਾ ਨਹੀਂ ਕਰ ਸਕੇ, 6 ਮਹੀਨੇ ਹੋਰ ਵਧਾ ਦਿਓ। ਸੋ ਉਸ ਕਰਕੇ ਔਰ ਹੁਣ ਪਿਛਲੀ ਜਿਹੜੀ ਸਾਡੀ ਝੋਨੇ ਦੀ ਫਸਲ ਆਈ ਸੀਗੀ, ਉਦੋਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸਲੀ ਕਣਕ ਦੀ ਫਸਲ ਜਿਹੜੀ ਹੈਗੀ ਆ ਉਹ ਅਸੀਂ ਡਾਇਰੈਕਟ ਪੇਮੈਂਟ ਰਾਹੀਂ ਕਰਾਂਗੇ, ਅਸੀਂ ਇਨ ਦਾ ਮੀਨ ਟਾਈਮ ਆਪਣਾ ਕੰਮ ਕਰ ਲਾਂਗੇ। ਸੋ ਇਹਨਾਂ ਨੇ ਜੇ ਕੰਮ ਨਹੀਂ ਕੀਤਾ ਤਾਂ ਉਹਦੇ ਕਹਿੰਦੇ ਦੋਸ਼ੀ ਨਹੀਂਗਾ। ਸੋ ਇਹ ਜਿਹੜਾ ਹੈਗਾ ਵਾ, ਔਰ ਡਾਇਰੈਕਟ ਪੇਮੈਂਟ ਕਿਉਂ? ਮੈਨੂੰ ਇੱਕ ਚੀਜ਼ ਦੱਸੋ, ਮੈਂ ਤੁਹਾਡੇ ਕੋਲ ਮਾਲ ਖਰੀਦਦਾ ਤੇ ਮੈਂ ਤੁਹਾਨੂੰ ਡਾਇਰੈਕਟ ਪੇਮੈਂਟ ਨਹੀਂ ਕਰ ਸਕਦਾ? ਕਿਉਂ ਨਾ ਕਰਾਂ ਮੈਂ ਤੁਹਾਨੂੰ ਡਾਇਰੈਕਟ ਪੇਮੈਂਟ? ਮੈਂ ਕਿਉਂ ਵਾਇਆ ਤੁਹਾਡੇ ਕੈਮਰਾਮੈਨ ਦੇ ਕਰਾਂ? ਹੁਣ ਵੀ ਕੀ ਹੈ, ਜਿੰਨੀ FCI ਪੇਮੈਂਟ ਕਰਦੀ ਹੈ ਉਹ ਆੜ੍ਹਤੀਆਂ ਨੂੰ ਕਰਦੀ ਹੈ, ਆੜ੍ਹਤੀਆ ਕਿਸਾਨ ਨੂੰ ਕਰਦਾ। ਤੇ ਜੇ FCI ਸਿੱਧਾ ਕਿਸਾਨ ਨੂੰ ਕਰੇਗੀ, ਇਹ 'ਚ ਆੜ੍ਹਤੀਆਂ ਨੂੰ ਕੀ ਤਕਲੀਫ ਹੈ? ਮੈਨੂੰ ਦੱਸੋ ਨਾ। ਜਾਂ ਤੇ ਉਹਦੀ ਕਮਿਸ਼ਨ ਕੱਟੀ ਜਾਂਦੀ ਹੋਵੇ, ਉਸ ਨੂੰ ਕੋਈ ਇਹਦਾ ਅਨੁਚਿਤ ਨੁਕਸਾਨ ਹੁੰਦਾ ਹੋਵੇ, ਕੋਈ ਕਿਸੇ ਚੀਜ਼ ਦਾ ਨੁਕਸਾਨ ਹੋ ਰਿਹਾ ਹੋਵੇ, ਫਿਰ ਤੇ ਗੱਲ ਸਮਝ ਆਉਂਦੀ ਹੈ। ਉਹਨੂੰ ਉਹਦੀ ਕਮਿਸ਼ਨ ਮਿਲਣੀ ਹੈ, ਜਿੰਨੇ ਪੈਸੇ ਦੀ ਖਰੀਦ ਹੋਏਗੀ FCI ਉਹ ਕਿਸਾਨ ਨੂੰ ਦੇ ਰਹੀ ਹੈ, ਤਾਂ ਫਿਰ ਸਮੱਸਿਆ ਕਿੱਥੇ ਹੈਗੀ ਹੈ? ਸੋ ਇਹ ਤੇ ਐਵੇਂ ਇੱਕ ਜਿਹੜਾ ਹੈਗਾ ਵਾ ਹਿਊ ਐਂਡ ਕਰਾਈ ਖੜੀ ਕੀਤੀ ਜਾ ਰਹੀ ਹੈ। ਲੇਕਿਨ ਫਿਰ ਵੀ ਸਾਡੀ ਸਰਕਾਰ ਜਿਹੜੀ ਹੈਗੀ ਹੈ ਕਿਸਾਨ ਔਰ ਪੰਜਾਬ ਦੀ ਜਨਤਾ ਵਾਸਤੇ ਬਹੁਤ ਸੰਵੇਦਨਸ਼ੀਲ ਹੈ। ਜਿੱਥੇ ਵੀ ਕੋਈ ਔਕੜ ਹੋਏਗੀ ਉਸ ਨੂੰ ਸੌਰਟ ਆਊਟ ਕਰ ਲਿਆ ਜਾਏਗਾ। ਤੁਸੀਂ ਨਸ਼ਿਆਂ ਦਾ ਮੁੱਦਾ ਚੁੱਕਿਆ, 4 ਹਫ਼ਤੇ ਵਾਲੀ ਗੱਲ ਕੀਤੀ। ਮੁੱਖ ਮੰਤਰੀ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਉਸ 'ਤੇ ਸਫਾਈ ਦਿੱਤੀ ਸੀ ਕਿ ਮੈਂ ਲੱਕ ਤੋੜਨ ਦੀ ਗੱਲ ਕਹੀ ਸੀ, ਪਰ ਤੁਸੀਂ ਨਸ਼ਾ ਮੁਕਤ ਦੀ ਗੱਲ ਕਰ ਰਹੇ, ਤੁਸੀਂ ਨਸ਼ਾ ਮੁਕਤੀ ਦੀ ਗੱਲ। ਫਿਰ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਹਜੇ ਵੀ ਕੀ ਚੁਣੌਤੀ ਹੈ ਨਸ਼ੇ ਦੇ ਮੁੱਦੇ ਤੇ? ਮੈਂ ਤੁਹਾਨੂੰ ਪੁੱਛਦਾ, ਤੁਸੀਂ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਅਲੱਗ-ਅਲੱਗ ਥਾਵਾਂ ਤੇ ਜਾਂਦੇ ਹੋ, ਤੁਸੀਂ ਇਹ ਕਹਿੰਦੇ ਹੋ ਕਿ ਨਸ਼ੇ ਦੀ ਲੱਕ ਟੁੱਟ ਗਿਆ? ਮੈਂ ਤੁਹਾਨੂੰ ਪ੍ਰਸ਼ਨ ਪੁੱਛਦਾ, ਜੇ ਤੁਸੀਂ ਨਹੀਂ ਸੰਤੁਸ਼ਟ ਤਾਂ ਮੇਰੇ ਕੋਲੋਂ ਫਿਰ ਪ੍ਰਸ਼ਨ ਕੀ ਪੁੱਛਣਾ? 40,000 ਕਹਿੰਦੇ ਅਸੀਂ ਬੰਦਾ ਫੜ ਲਿਆ, ਉਹ ਜਿਹੜੇ ਡਰੱਗਸ ਲੈਂਦੇ ਨੇ ਤੁਸੀਂ ਉਹਨਾਂ ਨੂੰ ਫੜ ਕੇ ਅੰਦਰ ਕਰੀ ਜਾਂਦੇ ਹੋ। ਪੈਡਲਰ ਕਿੱਥੇ ਨੇ? ਜੇ ਮੈਂ ਨਸ਼ਾ ਕਰਦਾ ਵਾਂ ਤੇ ਮੈਨੂੰ ਕੋਈ ਲਿਆ ਕੇ ਦਿੰਦਾ, ਉਹਨੂੰ ਫੜਿਆ, ਉਹਨੂੰ ਕਿਹਨੇ ਸਪਲਾਈ ਕੀਤੀ, ਉਹਨੂੰ ਉਹ ਚੇਨ ਜਿਹੜੀ ਹੈਗੀ ਹੈ ਉਹਨੂੰ ਤੁਸੀਂ ਤੋੜਿਆ, ਉਹਦੇ ਵੱਲ ਤੇ ਤੁਸੀਂ ਕੰਮ ਨਹੀਂ ਕੀਤਾ। ਜਿਹੜੇ ਵਿਚਾਰੇ ਗਰੀਬ ਆਦਮੀ ਜਿਹਨਾਂ ਨੂੰ ਨਸ਼ੇ ਦੀ ਲੱਤ ਲੱਗ ਗਈ ਸੀ, ਉਹਨੂੰ ਚੱਕ ਕੇ ਤੁਸੀਂ ਜੇਲ੍ਹਾਂ 'ਚ ਪਾ ਰਹੇ ਹੋ ਔਰ ਉਹਨੂੰ ਆਪਣੀ ਗਿਣਤੀ ਬਣਾ ਰਹੇ ਹੋ ਕਿ 40,000 ਲੋਕਾਂ ਨੂੰ ਜਿਹੜਾ ਹੈਗਾ ਵਾ ਅਸੀਂ ਉਹ ਕਰ ਲਿਆ। ਵੱਡੇ ਨਾਮਾਂ ਦੀ ਚਰਚਾ ਜਿਹੜੀ ਹੈ ਇਲੈਕਸ਼ਨ ਟਾਈਮ ਤੇ ਬਹੁਤ ਹੁੰਦੀ ਹੈ। ਤੁਸੀਂ ਸਰਕਾਰ 'ਚ ਇਸ ਵੱਡੇ ਨਾਮ ਤੁਹਾਨੂੰ ਵੀ ਪਤਾ ਹੋਣਗੇ, ਜਾਂ ਫਿਰ ਇਹ ਕਿਹਾ ਜਾਂਦਾ ਸੀ ਵੱਡੇ ਮਗਰਮੱਛ। ਤੁਹਾਨੂੰ ਵੱਡੇ ਮਗਰਮੱਛਾਂ ਬਾਰੇ ਮਤਲਬ ਲੱਗਦਾ ਹੈ ਤੁਸੀਂ ਛੋਟਿਆਂ ਦੀ ਗੱਲ ਕਰ ਰਹੇ ਹੋ, ਕਿ ਮਗਰਮੱਛ ਫੜ ਲੇਗਾ? ਨਹੀਂ, ਮੈਨੂੰ ਤੇ ਦੱਸਣ ਨਾ। ਕੈਪਟਨ ਸਾਹਿਬ ਜਦੋਂ ਰੈਲੀਆਂ ਕਰਦੇ ਸੀ ਚੁਣਾਵਾਂ ਵੇਲੇ, ਉਦੋਂ ਇਹ 1 2 3 ਐਦਾਂ ਗਿਣਤੀ ਕਰਾਉਂਦੇ ਸੀ ਕਿ ਮੈਨੂੰ ਲੋਕਾਂ ਦੇ ਨਾਂ ਪਤਾ ਨੇ। ਜਿੱਦਣ ਮੇਰੀ ਸਰਕਾਰ ਆਊਗੀ ਮਹੀਨੇ 'ਚ ਚੱਕ ਕੇ ਅੰਦਰ ਕਰ ਦੂੰਗਾ। ਕੈਪਟਨ ਸਾਹਿਬ ਉਹ ਕਿੱਥੇ ਹੈ? ਤੁਸੀਂ 4 ਸਾਲ ਦੇ ਵਿੱਚ ਹੁਣ ਤੱਕ ਕਿਸੇ ਦੇ ਨੱਥ ਕਿਉਂ ਨਹੀਂ ਪਾ ਸਕੇ? ਜੇ ਤੁਹਾਨੂੰ ਪਤਾ ਹੈ ਕਿੱਥੋਂ ਸਪਲਾਈ ਆਉਂਦੀ ਹੈ, ਤੇ ਤੁਸੀਂ ਉਹ ਸਪਲਾਈ ਨੂੰ ਕਿਉਂ ਨਹੀਂ ਕੱਟਿਆ? ਕਿਉਂ ਨਹੀਂ ਉਹਨਾਂ ਨੂੰ ਫੜਿਆ? ਪੰਜਾਬ ਦੀ ਜਨਤਾ ਸਵਾਲ ਪੁੱਛਦੀ ਤੁਹਾਨੂੰ। ਆਖਰੀ ਸਵਾਲ ਮੈਂ ਕਰਾਂਗਾ, ਉਸ ਤੋਂ ਪਹਿਲੇ ਦੱਸ ਦਿੰਦਾ ਹੈ ਕਿ ਕੈਪਟਨ ਸਾਹਿਬ ਦੀ ਪ੍ਰੈਸ ਕਾਨਫਰੰਸ 'ਚ ਅਸੀਂ ਇਹ ਲਿਸਟ ਵਾਲੀ ਵਿਧਾਨ ਸਭਾ ਦੀ ਗੱਲ ਚੁੱਕੀ ਸੀ, ਸਵਾਲ ਪੁੱਛਿਆ ਸੀ, ਪਰ ਸਾਨੂੰ ਉਸ ਤਰੀਕੇ ਦਾ ਜਵਾਬ ਨਹੀਂ ਮਿਲਿਆ ਸੀ। ਹੁਣ ਮੈਂ ਜਾਂਦੇ ਇੱਕ ਸਵਾਲ ਪੁੱਛ ਲੈਂਦਾ ਕਿ ਤੁਸੀਂ ਕਿਹੜੇ ਮੁੱਦਿਆਂ ਦੇ ਨਾਲ ਜਨਤਾ ਵਿੱਚ ਜਾਓਗੇ ਹੁਣ, ਕਿਉਂਕਿ ਕਿਸਾਨ ਅੰਦੋਲਨ ਦਾ ਸੇਕ ਮੰਨਣਾ ਪਏਗਾ ਕਿ BJP ਨੂੰ ਬਹੁਤ ਚੱਲਣਾ ਪੈ ਰਿਹਾ ਪੰਜਾਬ 'ਚ। ਭਾਰਤੀ ਜਨਤਾ ਪਾਰਟੀ ਪੰਜਾਬ, ਪੰਜਾਬੀਅਤ, ਆਪਸੀ ਭਾਈਚਾਰਾ, ਅਮਨ ਸ਼ਾਂਤੀ, ਇਹਨਾਂ ਇਸ਼ੂਜ਼ ਨੂੰ ਲੈ ਕੇ ਲੋਕਾਂ 'ਚ ਜਾਏਗੀ ਔਰ ਸਾਨੂੰ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਸੀਂ ਜੋ ਜਨਤਾ 'ਚ ਜਾ ਰਹੇ ਹਾਂ, ਸਾਡਾ ਕੈਡਰ ਬੇਸਡ ਪਾਰਟੀ ਹੈ। ਸਾਡੇ ਇਹ ਨਹੀਂ ਹੁੰਦਾ ਕਿ ਅਸੀਂ ਵੱਡੀਆਂ ਰੈਲੀਆਂ ਕਰਨੀਆਂ ਨੇ ਤਾਂ ਸਾਡਾ ਹੁੰਦਾ। ਸਾਡਾ ਵਰਕਰ ਬੂਥ ਲੈਵਲ ਤੇ ਕੰਮ ਕਰਦਾ ਹੈ ਔਰ ਆਲਰੇਡੀ ਘਰਾਂ 'ਚ ਜਾ ਰਿਹਾ। ਪਰ
ਬਾਕੀਆਂ ਕੋਲ ਕਿਸਾਨੀ ਝੰਡਾ ਹੈ, ਤੁਹਾਡੇ ਕੋਲ ਕਿਹੜਾ ਝੰਡਾ ਹੈ? ਸਾਡੇ ਕੋਲ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਨਿਸ਼ਾਨ ਵਾਲਾ ਝੰਡਾ ਹੈ। ਸਾਨੂੰ ਕਿਸੇ ਹੋਰ ਦੇ ਝੰਡੇ ਲੈਣ ਦੀ ਲੋੜ ਨਹੀਂ। ਝੰਡਾ ਉਹ ਦੂਸਰੇ ਦਾ ਚੱਕਦੇ ਨੇ ਜਿਨ੍ਹਾਂ ਦੇ ਆਪ ਦੀ ਜ਼ਮੀਨ ਖਿਸਕ ਹੋਵੇ। ਇਹ ਸ਼ੁਕਰੀਆ। ਜਿੰਨੇ ਦੂਜੀਆਂ ਪਾਰਟੀਆਂ ਨੇ ਇਹਨਾਂ ਦੇ ਆਪ ਦੀ ਬੁੱਕਤ ਕੋਈ ਨਹੀਂ ਬਚੀ। ਇਸ ਕਰਕੇ ਕਿਸਾਨੀ ਦਾ ਝੰਡਾ ਆਪਣੇ ਵਰਕਰਾਂ ਨੂੰ ਫੜਾ ਕੇ ਉਹਦੀ ਆੜ 'ਚ ਹੁਣ ਰਾਜਨੀਤੀ ਖੇਡ ਰਹੀਆਂ ਨੇ। ਭਾਰਤੀ ਜਨਤਾ ਪਾਰਟੀ ਆਪਣੇ ਝੰਡੇ ਆਪਣੇ ਕਮਲ ਨਿਸ਼ਾਨ ਦੇ ਬੂਤੇ ਤੇ ਚੱਲਦੀ ਹੈ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਕਿਸਾਨੀ ਝੰਡੇ ਦੀ ਬਜਾਏ ਕਹਿ ਰਹੇ ਨੇ ਕਿ ਬੀਜੇਪੀ ਦਾ ਝੰਡਾ ਲੈ ਕੇ ਅਸੀਂ ਚੋਣਾਂ ਵਿੱਚ ਜਾਵਾਂਗੇ। ਕੈਪਟਨ ਸਰਕਾਰ ਨੂੰ ਇਹ ਲਗਾਤਾਰ ਕੋਸ ਰਹੇ ਨੇ। 4